ਧੰਨ ਵਾਹਿਗੁਰੂ ਜੀਓ। ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬਹਿ ਨਾ ਜਾਨਸ ਕੋਈ, ਜੀ ਧਾਵਹਿ ਬ੍ਰਹਮੰਡ ਖੰਡ ਕੋ, ਕਰਤਾ ਕਰੈ ਸੋਇ। ਰੇ ਚਿਤ ਚੇਤਸ ਕੀਨਾ ਦਇਆਲ ਦਮੋਦਰ, ਬਿਬਹਿ ਨਾ ਜਾਨਸ ਕੋਈ, ਜੀ ਧਾਵਹਿ ਬ੍ਰਹਮੰਡ ਖੰਡ ਕੋ, ਕਰਤਾ ਕਰੈ ਸੋਇ ਰਹਾਉ। ਜਨਨੀ ਕੇਰੇ ਉਦਰ ਉਦਕ ਮਹਿ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮਹਿ ਰਾਖੈ, ਐਸਾ ਖਸਮ ਹਮਾਰਾ, ਕੁਮੀ ਜਲ ਮਾਹੇ ਤਾਨੋ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਤਾ, ਤਾਚੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਾਤੁ ਰੇ ਜੀ ਡਰਾਹੀ, ਪਾਖਣ ਕੀਟ ਗੁਪਤ ਹੋਏ ਰਹਤਾ, ਤਾਚੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ, ਮਾਤੁ ਰੇ ਜੀ ਡਰਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਯਤਨ ਕਰ ਰਹੇ ਹਾਂ ਭਗਤ ਧੰਨਾ ਜੀ ਦੇ ਉਚਾਰਨ ਕੀਤੇ ਹੋਏ ਮੁਬਾਰਕ ਸ਼ਬਦਾਂ ਨੂੰ ਲੜੀਵਾਰ ਵਿਚਾਰਨ ਦਾ। ਇਸ ਤਹਿਤ ਆਪਾਂ ਭਗਤ ਧੰਨਾ ਜੀ ਦਾ ਇੱਕ ਸ਼ਬਦ ਪਹਿਲੇ ਦੀਵਾਨਾਂ ਵਿੱਚ ਵਿਚਾਰਿਆ ਹੈ ਅਤੇ ਉਸ ਦੇ ਨਾਲ ਜੋ ਆਸਾ ਰਾਗ ਦੇ ਵਿੱਚ ਦੂਸਰਾ ਸ਼ਬਦ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਦਰਜ ਹੈ, ਉਸ ਨੂੰ ਵਿਚਾਰਨ ਦਾ ਯਤਨ ਕੀਤਾ ਹੈ। ਉਸੇ ਲੜੀ ਵਿੱਚ ਇਹ ਤੀਸਰਾ ਸ਼ਬਦ ਹੈ ਜਿਸ ਨੂੰ ਆਪਾਂ ਵਿਚਾਰ ਰਹੇ ਹਾਂ ਅਤੇ ਭਗਤ ਧੰਨਾ ਜੀ ਦਾ ਇਹ ਦੂਸਰਾ ਸ਼ਬਦ ਹੈ। ਕੁੱਲ 3 ਸ਼ਬਦ ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਦਰਜ ਹਨ।
ਸੋ ਇਸ ਸ਼ਬਦ ਨੂੰ ਰਹਾਉ ਦੇ ਬੰਦ ਤੋਂ ਆਪਾਂ ਆਰੰਭ ਕਰਦੇ ਹਾਂ, ਜੋ ਕਿ ਪਹਿਲਾ ਬੰਦ ਹੈ। ਭਗਤ ਜੀ ਮਹਾਰਾਜ ਫਰਮਾਉਂਦੇ ਹਨ, ਹੇ ਮੇਰੇ ਚਿੱਤ, ਤੂੰ ਉਸ ਦਇਆਵਾਨ ਪਰਮੇਸ਼ਰ ਦੀ ਯਾਦ ਵਿੱਚ ਕਿਉਂ ਨਹੀਂ ਜੁੜਦਾ? ਉਸ ਦੀ ਦਇਆ ਨੂੰ ਚਿਤਾਰਦਾ ਕਿਉਂ ਨਹੀਂ? ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿੱਠ ਬੋਲੜਾ ਕਿਹਾ ਗਿਆ ਹੈ, ਦੀਨ ਦਇਆਲ ਕਿਹਾ ਗਿਆ ਹੈ, ਭਗਤ ਵਛਲ ਕਿਹਾ ਗਿਆ ਹੈ, ਕਰੁਣਾ ਨਿਧਾਨ ਆਖਿਆ ਗਿਆ ਹੈ, ਕਿਰਪਾ ਨਿਧਾਨ ਕਿਹਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸੰਸਾਰ ਦੇ ਵੱਖ-ਵੱਖ ਰੂਪ, ਰੰਗ, ਆਕਾਰ, ਹਰ ਤਰ੍ਹਾਂ ਦੇ ਜੀਵ ਜੰਤ, ਹਰ ਤਰ੍ਹਾਂ ਦੇ ਰੂਪ, ਰੰਗ, ਹਰ ਤਰ੍ਹਾਂ ਦੀਆਂ ਬਣਾਵਟਾਂ ਸਿਰਜਣ ਵਾਲਾ ਉਹ ਵਾਹਿਦ ਇੱਕ ਪਰਮੇਸ਼ਰ ਹੈ। ਪਰ ਫਿਰ ਵੀ ਕਿਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਸ ਪਰਮੇਸ਼ਰ ਨੂੰ ਉਗਰ ਰੂਪ ਵਿੱਚ ਨਹੀਂ ਵਿਖਾਇਆ ਗਿਆ, ਜਿਸ ਨੂੰ ਅਸੀਂ ਕਹਿੰਦੇ ਹਾਂ ਖਲਨਾਇਕ ਰੂਪ, ਜਿਸ ਨੂੰ ਅਸੀਂ ਕਹਿੰਦੇ ਹਾਂ ਬੜਾ ਹੀ ਭਿਆਨਕ, ਰੁਦਰ, ਡਰਾਵਣਾ ਰੂਪ। ਫਿਰ ਵੀ ਉਹ ਨਿਰਵੈਰ ਹੈ, ਫਿਰ ਵੀ ਉਹ ਨਿਰਭਉ ਹੈ, ਉਹ ਕਿਰਪਾ ਦਾ ਘਰ ਹੈ, ਉਹ ਦਇਆ ਦਾ ਖਜ਼ਾਨਾ ਹੈ, ਉਹ ਮਿਹਰ ਦਾ ਸਮੁੰਦਰ ਹੈ, ਉਹ ਗੁਣਾਂ ਦਾ ਅਦੁੱਤੀ ਖਜ਼ਾਨਾ ਹੈ। ਸਮਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਦਾ ਇਹੀ ਸਰੂਪ ਬਿਆਨ ਕੀਤਾ ਗਿਆ ਹੈ, ਪਿਆਰ ਵਾਲਾ, ਮਿੱਠ ਬੋਲਣ ਵਾਲਾ, ਗੁਨਾਹ ਬਖਸ਼ਣ ਵਾਲਾ, ਕਿਰਪਾ ਕਰਨ ਵਾਲਾ, ਦਾਤਾਂ ਦੇਣ ਵਾਲਾ, ਪਾਲਣ ਵਾਲਾ। ਇਸ ਲਈ ਮੇਰੇ ਹਜ਼ੂਰ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵੀ ਉਸ ਦੀ ਦਇਆ ਦਾ ਸਦਾ ਹੀ ਚੇਤਾ ਕਰਿਆ ਕਰ। ਮਨੁੱਖ ਕਿਉਂਕਿ ਜਦੋਂ ਤੋਂ ਅਸੀਂ ਸੋਚਣਾ ਸ਼ੁਰੂ ਕਰਦੇ ਹਾਂ, ਜਦੋਂ ਸਾਡੇ ਦਿਮਾਗ ਦੀ ਰਫ਼ਤਾਰ ਬਣਦੀ ਹੈ, ਜੋ ਜਗਤ ਵਿੱਚ ਸਾਨੂੰ ਭਲੇ ਤੇ ਬੁਰੇ ਦਾ ਜੋ ਖਿਆਲ ਆਉਂਦਾ ਹੈ, ਚੰਗਾ ਕੀ ਮਾੜਾ ਕੀ, ਸਾਡੇ ਲਈ ਕਿਹੜੀ ਚੀਜ਼ ਫਾਇਦੇਮੰਦ ਹੈ ਕਿਹੜੀ ਨਹੀਂ, ਜਦੋਂ ਇਹ ਨਿਰਣੇ ਸਾਡੀ ਬੁੱਧੀ ਕਰਨੀ ਆਰੰਭ ਕਰਦੀ ਹੈ ਤੇ ਉਹਦੇ ਵਿੱਚ ਅਸੀਂ ਫਿਰ ਪਰਮੇਸ਼ਰ ਦੀਆਂ ਦਾਤਾਂ ਨੂੰ ਵੀ ਲੈ ਕੇ ਆਉਂਦੇ ਹਾਂ ਔਰ ਰੱਬ ਦੇ ਬਾਰੇ ਵੀ ਆਪਣੇ ਨਿਰਣੇ ਜ਼ਾਹਰ ਕਰਦੇ ਹਾਂ। ਤੇ ਕੁਝ ਚੀਜ਼ਾਂ ਜੋ ਸਾਨੂੰ ਨਹੀਂ ਮੁਯੱਸਰ, ਨਹੀਂ ਪ੍ਰਾਪਤ, ਨਹੀਂ ਮਿਲੀਆਂ, ਜਾਂ ਜੋ ਸਾਨੂੰ ਨਹੀਂ ਚੰਗੀਆਂ ਲੱਗਦੀਆਂ, ਉਹਨਾਂ ਨੂੰ ਲੈ ਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਬਤ ਵੀ ਇਹ ਸ਼ੰਕਾ, ਇਹ ਸਵਾਲ, ਇਹ ਦੁਬਿਧਾ ਆਪਣੇ ਮਨ ਦੀ ਪ੍ਰਗਟ ਕਰਦੇ ਹਾਂ ਕਿ ਇਹ ਉਹਨੇ ਚੰਗਾ ਨਹੀਂ ਕੀਤਾ, ਇਹ ਕੰਮ ਉਹਦਾ ਚੰਗਾ ਨਹੀਂ, ਇਹ ਪੱਖ ਉਹਦਾ ਚੰਗਾ ਨਹੀਂ, ਆਹ ਘਟਨਾ ਉਹਨੇ ਚੰਗੀ ਨਹੀਂ ਵਰਤਾਈ। ਕਿਉਂਕਿ ਨਿਰਣਾ ਕਰਨ ਵਾਲੇ ਅਸੀਂ ਹਾਂ। ਅਸੀਂ ਕੌਣ ਹਾਂ? ਅਸੀਂ ਆਪਣੀ ਹਉ ਬੁੱਧ ਦੇ ਆਸਰੇ ਦੇ ਉੱਤੇ ਨਿਰਣੇ ਕਰਦੇ ਹਾਂ। ਪਰ ਗਰੀਬ ਨਵਾਜ਼ ਬਾਣੀ ਦੇ ਵਿੱਚ ਆਖਦੇ ਨੇ, ਹੇ ਮਨੁੱਖ, ਤੇਰਾ ਇਹ ਆਪਣਾ ਵਜੂਦ ਵੀ ਜਿਹੜਾ ਹੈ ਨਾ, ਇਹ ਤੇਰੀ ਆਪਣੀ ਕਿਸੇ ਘਾਲਣਾ ਕਮਾਈ ਕਰਕੇ ਨਹੀਂ, ਇਹ ਉਹਦੀ ਬਖਸ਼ਿਸ਼ ਹੈ। ਇਹ ਬੁੱਧ ਵੀ ਉਹਦੀ ਬਖਸ਼ਿਸ਼ ਹੈ, ਇਹ ਹਉ ਵੀ ਉਹਦੀ ਬਖਸ਼ਿਸ਼ ਹੈ। ਜਿਸ ਨੇ ਸਾਰਾ ਕੁਝ ਸਿਰਜਿਆ ਹੈ, ਬਣਾਇਆ ਹੈ, ਜਿਸ ਦੀ ਕਿਰਪਾ ਨਾਲ ਇਹ ਸਾਰਾ ਕੁਝ ਪੈਦਾ ਹੋਇਆ ਹੈ, ਉਹਦੀ ਕਿਰਪਾ ਨਾਲ ਚੱਲ ਰਿਹਾ ਹੈ, ਉਹਦੀ ਮਿਹਰ ਨਾਲ ਹੀ, ਉਹਦੇ ਹੁਕਮ ਵਿੱਚ ਹੀ ਇਹ ਸਾਰਾ ਕੁਝ ਤਬਾਹ, ਬਰਬਾਦ, ਫਨਾ ਹੋਏਗਾ। ਇਸ ਲਈ ਬਾਣੀ ਵਿੱਚ ਇੱਕ ਬੜਾ ਪਿਆਰਾ ਸ਼ਬਦ ਵਰਤਿਆ, ਜਗਤ ਨੂੰ ਖੇਡ ਕਿਹਾ ਗਿਆ। ਹੁਣ ਤੁਸੀਂ ਬੱਚਿਆਂ ਨੂੰ ਖੇਡਦਿਆਂ ਵੇਖੋ, ਉਹ ਆਪਣੇ ਖਿਡੌਣੇ ਨੂੰ ਪ੍ਰਾਪਤ ਕਰਕੇ ਖੁਸ਼ ਵੀ ਹੁੰਦੇ ਨੇ, ਉਹਦੇ ਨਾਲ ਖੇਡਦੇ ਵੀ, ਉਹਨਾਂ ਨੂੰ ਤੋੜ ਵੀ ਦਿੰਦੇ ਨੇ। ਉਹ ਕਈ ਕੁਝ ਮਿੱਟੀ ਦਾ ਬਣਾਉਂਦੇ ਵੀ ਰਹਿੰਦੇ ਨੇ, ਖੇਡਦੇ ਵੀ ਰਹਿੰਦੇ ਨੇ, ਤੇ ਫਿਰ ਖਤਮ ਵੀ ਕਰਦੇ ਰਹਿੰਦੇ ਨੇ। ਉਹ ਲਗਾਤਾਰ ਆਪਣੀ ਉਹ ਬਣਾਉਣ ਵਿੱਚ ਵੀ ਇੰਜੋਏ ਕਰਦੇ ਨੇ, ਬਣਾ ਕੇ ਉਹਨੂੰ ਵੇਖਣ ਵਿੱਚ ਵੀ ਇੰਜੋਏ ਕਰਦੇ ਨੇ, ਉਹਨੂੰ ਵਿਖਾਉਣ ਵਿੱਚ ਵੀ ਇੰਜੋਏ ਕਰਦੇ ਨੇ, ਤੇ ਉਹਨੂੰ ਤੋੜਨ ਦੇ ਵਿੱਚੋਂ ਵੀ ਮਜ਼ਾ ਲੈਂਦੇ ਨੇ। ਜਿਸ ਕਾਦਰ ਪਰਮੇਸ਼ਰ ਨੇ ਜਗਤ ਦੀ ਖੇਡ ਨੂੰ ਰਚਿਆ ਹੈ, ਉਹਦੇ ਲਈ ਇਹ ਸਾਰੇ ਹੁਕਮ ਸਮਾਨ ਹਨ। ਤੇ ਭਗਤ ਧੰਨਾ ਜੀ ਆਖਦੇ ਨੇ ਵੀ ਅਸੀਂ ਉਸ ਦੀ ਦਇਆ ਨੂੰ ਚਿਤਾਰਦੇ ਨਹੀਂ, ਵੀ ਕਿੰਨਾ ਦਿਆਲੂ ਹੈ, ਕਿੰਨਾ ਮਿਹਰਬਾਨ ਹੈ, ਕਿੰਨਾ ਕਿਰਪਾਵਾਨ ਹੈ। ਅਸੀਂ ਜਦੋਂ ਉਹਦੀ ਮਿਹਰ ਦਾ, ਉਸ ਦੀ ਕਿਰਪਾ ਦਾ, ਉਸ ਦੀ ਦਇਆ ਦਾ ਅਹਿਸਾਸ ਨਹੀਂ ਕਰਦੇ,
ਤਾਂ ਕੀ ਹੁੰਦਾ ਹੈ ਵੀ ਸਾਨੂੰ ਉਸ ਦੇ ਹੁਕਮ ਦੇ ਉੱਤੇ ਸ਼ੰਕਾ ਹੁੰਦੀ, ਅਸੀਂ ਸੰਤੁਸ਼ਟ ਨਹੀਂ ਹੁੰਦੇ, ਉਹਦੇ ਭਾਣੇ ਵਿੱਚ ਰਾਜ਼ੀ ਨਹੀਂ ਹੁੰਦੇ। ਤੇ ਜਦੋਂ ਅਸੀਂ ਉਹਦੇ ਭਾਣੇ ਵਿੱਚ ਰਾਜ਼ੀ ਨਹੀਂ ਹੁੰਦੇ ਕਿਉਂਕਿ ਅਸੀਂ ਸੰਤੁਸ਼ਟ ਨਹੀਂ ਹਾਂ, ਫਿਰ ਅਸੀਂ ਅੰਦਰੋਂ ਦੁਖੀ ਹੁੰਦੇ ਹਾਂ, ਪਰੇਸ਼ਾਨ ਹੁੰਦੇ ਹਾਂ, ਉਦਾਸ ਹੁੰਦੇ ਹਾਂ, ਖਿਝਦੇ ਹਾਂ। ਉਹ ਜਿਹੜੀ ਬਿਰਤੀ ਹੈ, ਸਤਿਗੁਰੂ ਮਹਾਰਾਜ ਇਸ ਕਰਕੇ ਫਰਮਾਉਂਦੇ ਨੇ, ਰੇ ਚਿੱਤ, ਹੇ ਮੇਰੇ ਚਿੱਤ, ਚੇਤਸ ਕੀ ਨਾ, ਤੂੰ ਚੇਤੇ ਕਿਉਂ ਨਹੀਂ ਕਰਦਾ, ਧਿਆਨ ਕਿਉਂ ਨਹੀਂ ਕਰਦਾ, ਅਹਿਸਾਸ ਕਿਉਂ ਨਹੀਂ ਕਰਦਾ ਦਇਆਲ ਦਮੋਦਰ, ਉਸ ਦਇਆਵਾਨ ਪਰਮੇਸ਼ਰ ਨੂੰ, ਉਹਦੀ ਦਇਆ ਦਾ ਅਹਿਸਾਸ ਕਿਉਂ ਨਹੀਂ ਕਰਦਾ, ਉਹਦੀ ਕਿਰਪਾ ਦਾ ਅਹਿਸਾਸ ਕਿਉਂ ਨਹੀਂ ਕਰਦਾ। ਫਿਰ ਅੱਗੇ ਲਿਖਿਆ ਹੈ, ਬਿਬੈ ਨਾ ਜਾਣਸ ਕੋਈ, ਹੇ ਮੇਰੇ ਚਿੱਤ, ਉਸ ਮਾਲਕ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਇਸ ਜਗਤ ਦਾ ਮਾਲਕ ਸਮਝ। ਇੱਕੋ ਇੱਕੋ ਵਾਹਿਦ ਪਰਮੇਸ਼ਰ ਹੀ ਹੈ ਜਿਹੜਾ ਜਗਤ ਦਾ ਮਾਲਕ ਹੈ। ਭਗਤੀ ਲਹਿਰ ਜਿਸ ਵੇਲੇ ਭਾਰਤ ਵਿੱਚ ਆਰੰਭ ਹੋਈ ਤੇ ਇਸ ਦੇ ਜਿਸ ਸਿਚੁਏਸ਼ਨ ਵਿੱਚੋਂ ਇਹ ਪੈਦਾ ਹੋਈ ਹੈ, ਉਹ ਵੀ ਆਪਣੇ ਆਪ ਵਿੱਚ ਸਾਡੇ ਸਮਝਣ ਗੋਚਰੀ ਹੈ। ਇਤਿਹਾਸਕ ਤੌਰ ਦੇ ਉੱਤੇ ਦੋ ਸੱਭਿਅਤਾਵਾਂ ਦਾ, ਦੋ ਫਿਲਾਸਫੀਆਂ ਦਾ ਵੱਡਾ ਟਕਰਾਅ ਭਾਰਤ ਵਿੱਚ ਹੋ ਰਿਹਾ ਸੀ। ਤੇ ਉਹ ਟਕਰਾਅ ਬੜਾ ਅਜੀਬ ਕਿਸਮ ਦਾ ਟਕਰਾਅ ਸੀ ਵੀ ਇੱਕ ਪਾਸੇ ਵੇਦਕ ਵਿਚਾਰਧਾਰਾ ਖੜੀ ਹੈ, ਜਿਹਨੂੰ ਅਸੀਂ ਕਹਿੰਦੇ ਵਿਪਰਵਾਦੀ, ਵੇਦਾਂ, ਸਿਮਰਤੀਆਂ, ਸ਼ਾਸਤਰਾਂ ਸਾਰਿਆਂ ਦੀ ਵਿਚਾਰਧਾਰਾ ਭਾਰਤ ਵਿੱਚ ਜੋ ਮਜ਼ਹਬੀ ਧਾਰਮਿਕ ਤੌਰ ਤੇ ਵਾਪਰ ਰਿਹਾ ਸੀ। ਜਾਤ ਪਾਤ ਦੇ ਬੰਧਨ ਸਨ, ਭੇਦ ਭਾਵ ਸਨ, ਰੱਬ ਦਾ ਰੂਪ ਗ੍ਰੰਥਾਂ ਨੇ ਇੱਕ ਅਜਿਹਾ ਬਣਾਇਆ ਹੋਇਆ ਸੀ, ਕਈ ਤਰ੍ਹਾਂ ਦੇ ਦੇਵੀ ਦੇਵਤੇ ਸਨ, ਉਹਨਾਂ ਵਿੱਚੋਂ ਬੜੇ ਭਿਅੰਕਰ ਰੂਪ ਵਾਲੇ ਦੇਵੀ ਦੇਵਤੇ ਸਨ। ਜਿਹੜਾ ਪੈਦਾ ਕਰਨ ਵਾਲਾ ਦੇਵਤਾ ਹੈ ਉਹ ਵੀ ਭੇਦਭਾਵ ਕਰਦਾ ਹੈ, ਉਸਨੇ ਵੱਖਰੇ ਵੱਖਰੇ ਤਰੀਕੇ ਨਾਲ ਵਰਨ, ਆਸ਼ਰਮ, ਮੱਤ, ਜਾਤਾਂ ਪਾਤਾਂ ਬਣਾ ਦਿੱਤੀਆਂ ਨੇ। ਦੂਜੇ ਪਾਸੇ ਇਸਲਾਮੀ ਸੱਭਿਅਤਾ ਆਈ, ਉਸਨੇ ਉਸ ਦੀ ਵਿਚਾਰਧਾਰਾ ਵਿੱਚ ਕਾਫੀ ਕੁਝ ਚੰਗਾ, ਬਹੁਤ ਕੁਝ ਚੰਗਾ ਹੈ, ਪਰ ਉੱਥੇ ਵੀ ਇੱਕ ਟਕਰਾਅ ਹੈ, ਕਿਉਂਕਿ ਖੁਦਾਵੰਦ ਦੀ ਪ੍ਰਾਪਤੀ ਲਈ ਕੀ ਕਰਨਾ ਪੈਣਾ? ਤੁਹਾਨੂੰ ਕੇਵਲ ਇੱਕ ਪੈਗੰਬਰ ਦੇ ਆਖੇ ਲੱਗਣਾ ਪੈਣਾ। ਜਿਹੜੇ ਉਸ ਪੈਗੰਬਰ ਦੇ ਰਾਹ ਤੇ ਨਹੀਂ ਚੱਲਣਗੇ, ਯਕੀਨਨ ਉਹ ਦੋਜ਼ਖ ਦੀ ਅੱਗ ਵਿੱਚ ਸੜਨਗੇ। ਜਿਹੜੇ ਉਸ ਪੈਗੰਬਰ ਦੇ ਰਾਹ ਤੇ ਚੱਲਣਗੇ ਉਹ ਮੋਮਨ ਕਹਾਉਣਗੇ। ਹੁਣ ਸਵਾਲ ਇਹ ਹੈ ਕਿ ਕੀ ਉਹ ਪਰਮੇਸ਼ਰ ਵਾਹਿਗੁਰੂ ਆਪਣੀਆਂ ਸ਼ਰਤਾਂ ਦੇ ਉੱਤੇ ਮਨੁੱਖ ਨੂੰ ਮੁਕਤ ਕਰੇਗਾ? ਵੀ ਜਿਹੜਾ ਇੱਕ ਰਾਹ ਤੇ ਚੱਲਦਾ ਹੈ, ਇੱਕ ਪੈਗੰਬਰ ਨੂੰ ਮੰਨ ਕੇ ਮੋਮਨ ਬਣ ਕੇ ਤੁਰਦਾ ਹੈ, ਉਹ ਮੁਕਤ ਹੋਏਗਾ, ਦੂਜਾ ਨਹੀਂ। ਦੂਜਾ ਕੌਣ ਹੈ? ਕਾਫਰ ਹੈ। ਮੋਮਨ ਤੇ ਕਾਫਰ ਦੀ ਵਿਚਾਰਧਾਰਾ ਜ਼ੋਰ ਫੜ ਗਈ, ਜ਼ੁਲਮੋ ਸਿਤਮ ਵਧਿਆ, ਧੱਕਾ ਵਧਿਆ। ਜੋ ਮੋਮਨ ਨਹੀਂ ਉਹਨਾਂ ਤੇ ਧੱਕਾ ਹੋਣ ਲੱਗਿਆ। ਪਰ ਉਹਨਾਂ ਕਾਜ਼ੀਆਂ ਨੇ ਇਸ ਸਵਾਲ ਦਾ ਜਵਾਬ ਕਦੇ ਨਹੀਂ ਦਿੱਤਾ ਵੀ ਮੋਮਨ ਵੀ ਆਪਸ ਵਿੱਚ ਕਈ ਤਰ੍ਹਾਂ ਦੇ ਭੇਦਾਂ ਵਿੱਚ ਕਿਉਂ ਵੰਡੇ ਗਏ। ਅਨੇਕ ਤਰ੍ਹਾਂ ਦੇ ਉਹਨਾਂ ਦੇ ਫਿਰਕੇ ਨੇ, ਵੱਖਰੀਆਂ ਵੱਖਰੀਆਂ ਵਿਆਖਿਆਵਾਂ ਹੋ ਗਈਆਂ। ਸ਼ੀਆ ਤੇ ਸੁੰਨੀ ਦਾ ਆਪਸ ਵਿੱਚ ਸਦੀਆਂ ਤੋਂ ਝਗੜਾ ਚੱਲ ਰਿਹਾ ਹੈ। ਹਰ ਕੋਈ ਆਪਣੇ ਆਪ ਨੂੰ, ਹਰ ਫਿਰਕੇ ਵਾਲਾ ਆਪਣੇ ਆਪ ਨੂੰ ਅਸਲ ਮੋਮਨ ਆਖਦਾ ਹੈ, ਦੂਜਿਆਂ ਨੂੰ ਗੁੰਮਰਾਹ ਹੋਇਆ ਆਖਦਾ ਹੈ, ਭੁੱਲੇ ਹੋਏ ਆਖਦਾ ਹੈ। ਇਹ ਸਮੁੱਚੀ ਕਸ਼ਮਕਸ਼ ਬੜੀ ਅਜੀਬ। ਇਹ ਸਾਰੇ ਕੁਝ ਦੇ ਵਿੱਚੋਂ ਨਾ ਤਾਂ ਖੁਦਾ ਦੀ ਦਿਆਲਤਾ ਦਾ ਅਹਿਸਾਸ ਕਰਨ ਵਾਲਿਆਂ ਨੇ ਆਪਣੇ ਝਗੜੇ ਮਿਟਾਏ ਤੇ ਨਾ ਉਸ ਪਰਮਾਤਮਾ ਨੂੰ, ਪਰਮੇਸ਼ਰ ਨੂੰ ਆਪਣਾ ਦਇਆਵਾਨ ਪਰਮੇਸ਼ਰ ਜਾਣ ਕੇ ਉਹਦਾ ਅਹਿਸਾਸ ਕਰਕੇ ਆਪਣੀਆਂ ਵੰਡੀਆਂ ਖਤਮ ਕੀਤੀਆਂ। ਮਨੁੱਖਤਾ ਇੱਕ ਤਰ੍ਹਾਂ ਨਾਲ ਬੁਰੀ ਤਰ੍ਹਾਂ ਉਲਝੀ ਹੋਈ ਹੈ। ਭਗਤੀ ਲਹਿਰ ਦਾ ਸਭ ਤੋਂ ਵੱਡਾ ਗੁਣ ਇਹ ਹੈ, ਹੋਰ ਗੁਣਾਂ ਦੇ ਨਾਲ ਨਾਲ, ਵੀ ਉਸਨੇ ਪਰਮੇਸ਼ਰ ਦੀ ਵਿਆਖਿਆ ਸਰਬ ਸਾਂਝੇ ਰੂਪ ਵਿੱਚ ਕੀਤੀ ਔਰ ਉਹਨਾਂ ਨੇ ਕਰਮ ਨੂੰ ਉੱਚਾ ਚੁੱਕਣ, ਸੁਰਤ ਨੂੰ ਪਾਕ ਕਰਨ, ਮਨ ਨੂੰ ਵਿਕਾਰਾਂ ਤੋਂ ਰਹਿਤ ਕਰਨ, ਨੇਕ ਅਮਲ ਕਮਾਉਣ, ਭਲਾ ਕਰਨ, ਇਹ ਚੀਜ਼ਾਂ ਦੀ ਸਭ ਤੋਂ ਵਧੇਰੇ ਵਿਆਖਿਆ ਆਪਣੀ ਬਾਣੀ ਵਿੱਚ ਕੀਤੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਉਸ ਪਰਮੇਸ਼ਰ ਵਾਹਿਗੁਰੂ ਨੂੰ ਦਇਆਵਾਨ ਹੋਣ ਦਾ ਅਹਿਸਾਸ ਨਹੀਂ ਕਰਦੇ ਆਪਣੇ ਜੀਵਨ ਵਿੱਚ, ਉਸ ਦਾ ਗੁੰਮਰਾਹ ਹੋਏ ਰਹਿੰਦੇ ਨੇ। ਉਹ ਮਨੁੱਖਤਾ ਨੂੰ ਵੀ ਉਸ ਆਧਾਰ ਤੇ ਵੰਡਦੇ ਨੇ, ਕਿਉਂਕਿ ਜਿਨ੍ਹਾਂ ਦਾ ਬੇਸ ਹੀ ਕਮਜ਼ੋਰ ਹੋਏਗਾ। ਬੇਸਿਕ ਫਿਲਾਸਫੀ ਜਿਹੜੀ ਹੈ, ਜਦੋਂ ਉਹਦੀ ਐਕਸਪਲੇਨੇਸ਼ਨ, ਵਿਆਖਿਆ ਹੀ ਗਲਤ ਹੋਏਗੀ ਤੇ ਅੱਗੇ ਜੋ ਕੁਝ ਉਸਰਨਾ ਹੈ ਉਸ ਫਿਲਾਸਫੀ ਦੇ ਆਧਾਰ ਤੇ ਉਹ ਗਲਤ ਹੀ ਹੋਏਗਾ।
कहण तो भाव भी जे मैं ये मन्ना भी मेरा रब मोमना नूं ज़्यादा प्यार करेगा, काफरां नूं दोज़ख दी अग च सुट्टेगा, क्योंकि उन्होंने एक पैगंबर की गल नहीं मन्नी, तो जिहड़े मोमन ने वो मुक्त होणगे, जिहड़े काफर ने भावें वो किन्ने भी चंगे जीवन के मालक होण प्रवान नहीं होणगे। एक ऐसा दस्तूर होया कि किसी का कर्म नहीं वेख्या जाना, किसी का अमल नहीं वेख्या जाना, केवल यही वेख्या जाना है भी ये मोमन हो जाए। ते उहदे उस श्रेणी दे विच जिन्ने भी वो काजी आदक जिहड़े राजे बादशाह सल्तनतां दे मालक ने, वो भावें लख गुनाह करन, पर वो उन्होंने क्योंकि कलमे पढ़ लए हैं इस करके कि वो सारे फारग हो गए, वो मुक्त हो गए। तो ये जिहड़ी व्याख्या है एक बड़ी अजीब किस्म की व्याख्या है, पर गुरु पातशाह ने आख्या नहीं, कर्मा उपर निबड़े जे लोचै सब कोई। तुहाडा कर्म तुहाडा अमल ही तुहाडे नबेड़े का साधन है, ना कि तुहाडे ते लगा होया कोई टैग। ये तां तर्जे जिंदगी है, ये अपना अपना तरीका है संसार अंदर जीउण दा। इसलिए परमेश्वर दयावान है, वो सारे नूं एक दृष्टि नाल वेखदा है। कोई भी उसकी दया का एहसास करके उसके हुक्म विच चल के अपना भला कर सकता है। कोई जबान बोलण वाला, कोई पहरावा पाउण वाला, धरती के किसी कोने ते रहण वाला। तो इस वास्ते फरमाया बिबे ना जानस कोई, उस तो बिना किसी होर नूं ना समझ, वो इको एक है। दो जां तीन बनाउण दी कोशिश ना कर, वस्तुआं नूं ना पूज, होरना चीज़ां दी पूजा दे पिछे ना लग, वो इको ही है। जे धावें ब्रह्मांड खंड कहो, करता करे सो होई। ये समुचे जगत पसारे विच तू दुनिया के किसी भी कोने च किसी भी चीज़ की टेक रखने का यतन करें, किते भी अपने मन नूं भटका लवें अज्ञानता करके, पर याद रख करता करे सो होई। उहदा हुक्म ही बली है, उहदा हुक्म ही ताकत रखदा है जगत नूं चलाउण दी। ना तेरे कर्म कांड कोई अर्थ रखते हैं, ना तेरियां बौद्धिक चतुराइयां कोई अर्थ रखदियां ने, ना तेरे अंदर दी साजिशी बिरती, ना तेरे अज्ञानता च कीते कर्म। कोई भी चीज़ जड़ी है कोई इफेक्टिव नहीं, प्रभावशाली नहीं। तो ये सारे कर्म भावें सारे ब्रह्मांड दे विच भी पसर के खोज के आले दुआले भटक के कर लवें, पर करता करे सो होई। हुक्म तो बाहर कुछ नहीं वापर रहा समुची कायनात विच, हुक्म ही सब तो उत्तम है। जिसनों श्री हजूर बाणी दे विच आखदे हन, वदी सो वजग नानका सच्चा वेखै सोए, सबनी छाड़ा मारियां करता करे सो होए। तो फरमाया जननी केरे उदर उदक मह, वेख उसकी दया के कुछ प्रमाण हैं। उसकी दया किहो जी है? हजूर कहते ने जननी जन्म देण वाली माँ के उदर पेट विच, वो पेट जिस विच पानी ही पानी भरिया पिया। जननी केरे उदर उदक मैं पिंड किया 10 द्वारा, उसने एक नवे जी की सिरजना कर दी, बच्चे की पैदाइश कर दी, 10 द्वार उसके शरीर दे रखे, यानी कि सोहने अंगां वाला शरीर कर दिता। दे आहार अगन मह राखै ऐसा खसम हमारा, वो मां के गर्भ विच भी जीव की पालना कर रहा है। उत्थे भी उसने शरीर का ऐसा निजाम घड़िया है, प्रबंध घड़िया है कि उहदे हुक्म दे विच उस गर्भ दे विच बच्चे की पैदाइश हो के उत्थे पलदा भी है कि मां नूं उसकी वक्री किसी खुराक की चिंता होंदी है नहीं, वो उहदे शरीर राही ही एक नवे शरीर की घाड़त भी घटदा है ते उहदी पालना भी करदा। ऐसा खसम हमारा, उस शरीर की अगन दे विच ही, शरीर के टैंपरेचर दे विच ही एक सूखम होर जीव नूं पाल दिंदा। ये उसकी दया का एक प्रमाण है। मेरा वाहिगुरू किहो जिहा उसने आलीशान, किहो जिहा बेनज़ीर, किहो जिहा बड़ा उत्तम प्रबंध सिरजा संसार के अंदर। तो पातशाह फरमाउंदे ने कुमी जल माहे तान ते सबाह, जिहड़ी कुमी है वो पानी विच है, तन ते सबाहर उसके बच्चे बाहर ने, पंख खीर तिन नाही, कुमी नूं थण नहीं,
ਤੇ ਪੰਛੀਆਂ ਨੂੰ, ਉਹਦੇ ਬੱਚਿਆਂ ਨੂੰ ਖੰਭ ਨਹੀਂ ਕਿ ਉੱਡ ਕੇ ਕਿਤੇ ਚਲੇ ਜਾਣ। ਪਰ ਉਹਨਾਂ ਨੂੰ ਵੀ ਤਾਂ ਕਿਸੇ ਨਾ ਕਿਸੇ ਪਾਲਣ ਦੇ ਤਰੀਕੇ ਨਾਲ ਪਰਮੇਸ਼ਰ ਪਾਲ ਹੀ ਰਿਹਾ। ਉਹ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਦਿੰਦੀ ਹੈ ਕੁਦਰਤ ਉਹਨਾਂ ਨੂੰ ਵੀ। ਇਹਦਾ ਭਾਵ ਇਹ ਹੈ ਵੀ ਜ਼ਮੀਨ ਦੇ ਉੱਤੇ ਰਹਿਣ ਵਾਲੇ ਜੀਵ ਵੀ ਜ਼ਮੀਨ 'ਚੋਂ ਪਲਦੇ ਨੇ, ਪਾਣੀ 'ਚ ਰਹਿਣ ਵਾਲੇ ਪਾਣੀ 'ਚੋਂ ਪਲਦੇ ਨੇ। ਜਿੱਥੇ ਜਿਹੋ ਜਿਹੇ ਜੀਵ ਉਸਨੇ ਪੈਦਾ ਕੀਤੇ ਉਸੇ ਤਰੀਕੇ ਨਾਲ ਉਹਨਾਂ ਦੇ ਪਲਣ ਦਾ, ਪੈਦਾ ਹੋ ਕੇ ਪਲਣ ਦਾ ਪ੍ਰਬੰਧ ਵੀ ਉੱਥੇ ਕਰ ਦਿੱਤਾ ਗਿਆ। ਕੁਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਫਿਰ ਆਖਦੇ ਨੇ ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਉਹ ਪਰਮੇਸ਼ਰ ਹਰ ਜਗ੍ਹਾ ਤੇ ਪੂਰਨ ਹੈ, ਹਰ ਇੱਕ ਦਾ ਖਿਆਲ ਰੱਖਣ ਵਾਲਾ। ਉਹ ਪਰਮ ਆਨੰਦ ਦਾ ਸੋਮਾ ਹੈ। ਉਹ ਮਨ ਨੂੰ ਮੋਹ ਲੈਣ, ਮਨ ਨੂੰ ਚੰਗਾ ਲੱਗਣ ਵਾਲਾ ਹੈ। ਜੇ ਤੂੰ ਉਹਦੇ ਹੁਕਮ ਨੂੰ ਸਮਝ ਲੈ, ਬੁੱਝ ਲੈ ਤਾਂ ਤੈਨੂੰ ਉਹ ਚੰਗਾ ਲੱਗੇਗਾ। ਸਮਝ, ਵਿਚਾਰ ਕੇ ਵੇਖ, ਅਨੁਭਵ ਕਰ, ਆਪਣੇ ਮਨ ਨਾਲ ਵਿਚਾਰ ਕਰ ਉਸ ਦੇ ਗੁਣਾਂ ਦੀ ਵੀ, ਕੁਦਰਤ ਵਿੱਚ ਉਹ ਕਿਵੇਂ ਪਸਰਿਆ ਹੋਇਆ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ। ਪੱਥਰਾਂ ਦੇ ਵਿੱਚ ਕੀੜੇ ਹਨ, ਸਾਨੂੰ ਵਿਖਾਈ ਵੀ ਨਹੀਂ ਦਿੰਦੇ। ਗੁਪਤ ਦਾ ਮਤਲਬ ਸਾਨੂੰ ਵਿਖਾਈ ਨਹੀਂ ਦਿੰਦੇ ਵੀ ਪੱਥਰਾਂ ਦੇ ਵਿੱਚ, ਪਹਾੜਾਂ ਦੇ ਵਿੱਚ ਵੀ ਕੀੜੇ ਪੈਦਾ ਹੋ ਕੇ ਪਲਦੇ ਹਨ। ਉਹਨਾਂ ਲਈ ਕੋਈ ਐਸਾ ਮਾਰਗ ਨਹੀਂ ਹੁੰਦਾ ਵੀ ਉਹ ਜਲ ਵਿੱਚ ਜਾ ਕੇ ਖੁਰਾਕ ਲੈਣ, ਸਮੁੰਦਰਾਂ ਦੀ ਗਹਿਰਾਈ 'ਚ ਉਤਰਨ, ਉਹ ਫਸਲਾਂ ਵਿੱਚ ਆਉਣ, ਬਾਗਾਂ ਵਿੱਚ ਜਾਣ। ਉਹਨਾਂ ਦਾ ਕੋਈ ਹੋਰ ਮਾਰਗ ਨਹੀਂ ਹੈ ਪਲਣ ਦਾ। ਉਹ ਪੱਥਰਾਂ ਵਿੱਚ ਪੈਦਾ ਹੋਏ ਨੇ, ਪਹਾੜਾਂ ਵਿੱਚ ਪੈਦਾ ਹੋਏ ਨੇ, ਤੇ ਕੀ ਹੁੰਦਾ, ਉਹ ਉੱਥੇ ਹੀ ਪਲਦੇ ਹਨ। ਉੱਥੇ ਹੀ ਉਹਨਾਂ ਵਾਸਤੇ, ਉਹਨਾਂ ਦੇ ਪਲਣ ਲਈ ਪਰਮੇਸ਼ਰ ਨੇ ਉਹਨਾਂ ਦੀ ਘਾੜਤ ਉਹੋ ਜਿਹੀ ਘੜ ਦਿੱਤੀ ਹੈ ਵੀ ਉਹ ਉੱਥੇ ਜੀ ਸਕਣ ਜਿੱਥੇ ਉਹ ਪੈਦਾ ਹੋਏ ਨੇ। ਹੁਣ ਆਪਾਂ ਵੇਖਦੇ ਹਾਂ, ਪਾਣੀ 'ਚ ਰਹਿਣ ਵਾਲੇ ਜੀਅ ਨੇ, ਧਰਤੀ 'ਤੇ ਰੀਂਗਣ ਵਾਲੇ ਜੀਅ ਨੇ, ਪੰਛੀ ਨੇ, ਬਰਫਾਂ ਵਿੱਚ ਜਿੱਥੇ ਬਰਫ ਹੀ ਰਹਿੰਦੀ ਹੈ ਹਰ ਸਾਲ, ਉੱਥੇ ਵੀ ਜੀਅ ਪੈਦਾ ਹੁੰਦੇ ਨੇ। ਖੌਰੇ ਕਿੰਨੀਆਂ ਕਿਸਮਾਂ ਨੇ ਸੰਸਾਰ ਵਿੱਚ। ਤੇ ਕਦੇ ਐਸਾ ਨਹੀਂ ਹੁੰਦਾ ਵੀ ਸਾਰੇ ਜੀਅ ਸਮੁੰਦਰ ਵੱਲ ਨੂੰ ਤੁਰ ਪੈਣ ਵੀ ਉੱਥੇ ਖੁਰਾਕ ਹੈ। ਸਮੁੰਦਰ ਵਾਲੇ ਥਲ ਨੂੰ, ਜ਼ਮੀਨ ਨੂੰ, ਮਾਰੂ ਥਲਾਂ ਨੂੰ ਤੁਰ ਪੈਣ ਵੀ ਉੱਥੋਂ ਖੁਰਾਕ ਲਈਏ। ਪਹਾੜਾਂ ਵੱਲ ਨੂੰ ਤੁਰ ਪੈਣ ਵੀ ਉੱਥੋਂ ਨਹੀਂ। ਜਿੱਥੇ ਜਿੱਥੇ ਜਿਹੋ ਜਿਹੇ ਜੀਵ ਪੈਦਾ ਹੋਏ, ਉਹਨਾਂ ਦੀ ਘਾੜਤ ਸਰੀਰ ਦੀ ਵੀ ਉਹੋ ਜਿਹੀ ਘੜ ਦਿੱਤੀ, ਉਹਨਾਂ ਦੀ ਖੁਰਾਕ ਦਾ ਪ੍ਰਬੰਧ ਵੀ ਉੱਥੇ ਉਹੋ ਜਿਹਾ ਹੋ ਗਿਆ, ਉਹਨਾਂ ਦੀ ਜ਼ਿੰਦਗੀ ਦਾ ਸਿਲਸਿਲਾ ਵੀ ਉਹੋ ਜਿਹਾ ਬਣ ਗਿਆ। ਈਵਨ ਤੁਸੀਂ ਇੱਥੇ ਵੇਖੋ, ਗਰਮ ਥਾਵਾਂ 'ਤੇ ਉੱਗਣ ਵਾਲੇ ਪੌਦੇ ਜਿਹੜੇ ਹਨ ਉਹ ਠੰਡ ਵਿੱਚ ਨਹੀਂ ਹੁੰਦੇ। ਠੰਡੀਆਂ ਥਾਵਾਂ 'ਤੇ, ਬਰਫੀਲੀਆਂ ਥਾਵਾਂ 'ਤੇ ਉੱਗਣ ਵਾਲੇ ਜਿਹੜੇ ਰੁੱਖ ਹਨ, ਉਹਨਾਂ ਦੀ ਘਾੜਤ ਉਹੋ ਜਿਹੀ ਹੈ ਵੀ ਉਹ ਗਰਮ ਥਾਵਾਂ ਦੇ ਉੱਤੇ ਆ ਕੇ ਹੋਣਗੇ ਨਹੀਂ। ਹਰ ਜਗ੍ਹਾ ਦਾ ਆਪਣਾ ਆਪਣਾ, ਜਿੱਥੇ ਜਿਹੋ ਜਿਹੇ ਜੀਵ ਨੂੰ ਪੈਦਾ ਕੀਤਾ ਉਹੋ ਜਿਹੇ ਉਹਦੀ ਸਰੀਰਕ ਬਣਤਰ ਬਣਾਈ, ਉਹੋ ਜਿਹਾ ਉਸ ਨੂੰ ਉਹਦੇ ਜੀਣ ਦਾ ਪ੍ਰਬੰਧ ਉੱਥੇ ਕਰ ਦਿੱਤਾ। ਇਹ ਕਿੰਨੀ ਜਾਨੀ ਕਿ ਅਦੁੱਤੀ ਤੇ ਕਿੰਨੀ ਹੈਰਾਨ ਕੁਨ ਔਰ ਕਿੰਨੀ ਵਿਸਮਾਦਕ ਘਾੜਤ ਹੈ ਉਸ ਪਰਮੇਸ਼ਰ ਵਾਹਿਗੁਰੂ ਦੀ। ਇਸ ਵਾਸਤੇ ਹਜ਼ੂਰ ਕਹਿੰਦੇ, ਕਹਿ ਧੰਨਾ ਪੂਰਨ ਤਾਹੂ ਕੋ। ਧੰਨਾ ਜੀ ਆਖਦੇ ਹਨ, ਉਹ ਪਰਮੇਸ਼ਰ ਵਾਹਿਗੁਰੂ ਤੇਰੇ ਅੰਦਰ ਵੀ ਵਸਿਆ ਹੋਇਆ ਹੈ। ਸਾਰੀ ਕੁਦਰਤ ਵਿੱਚ ਵੀ ਹੈ, ਸਾਰੇ ਜੀਵਾਂ ਵਿੱਚ ਵੀ ਹੈ, ਸਭ ਨੂੰ ਪੈਦਾ ਕਰਦਾ ਹੈ, ਸਭ ਨੂੰ ਪਾਲਦਾ ਹੈ, ਸਭ ਨੂੰ ਖਤਮ ਕਰਦਾ ਹੈ। ਇਹ ਉਹਦਾ ਸਿਲਸਿਲਾ ਲਗਾਤਾਰ ਨਾ ਮੁੱਕਣ ਵਾਲਾ ਸਿਲਸਿਲਾ ਹੈ। ਉਹ ਤੇਰੇ ਆਪਣੇ ਵਜੂਦ ਵਿੱਚ ਵੀ ਹੈ। ਮਤ ਰੇ ਜੀ ਡਰਾਹੀ, ਹੈ ਮੇਰੇ ਜੀ ਮੇਰੀਏ ਜਿੰਦੇ, ਤੂੰ ਮਤ ਡਰ, ਮਤ ਸਹਿਮਾਂ ਤੇ ਸੰਸਿਆਂ ਵਿੱਚ ਪੈ। ਉਸ ਦੀ ਦਇਆ ਦਾ ਅਹਿਸਾਸ ਕਰ, ਉਸ ਦੀ ਦਇਆ ਨੂੰ ਮਾਣ, ਉਸ ਦੀ ਦਇਆ ਨੂੰ ਹੰਢਾ, ਉਸ ਦੀ ਦਇਆ ਨੂੰ ਜੀ, ਔਰ ਐਸੇ ਝੋਰੇ ਤੇ ਫਿਕਰਾਂ ਤੋਂ ਬੇਫਿਕਰ ਹੋ ਜਾ, ਮੁਕਤ ਹੋ ਜਾ, ਜਿਹੜੇ ਤੇਰੀ ਆਤਮਾ, ਤੇਰੇ ਮਨ ਦਾ ਸਕੂਨ ਤੇ ਸੁੱਖ ਖਰਾਬ ਕਰਦੇ ਹਨ। ਪਾਤਸ਼ਾਹ ਮਿਹਰ ਕਰਨ, ਸਤਿਗੁਰੂ ਦੀ ਇਹ ਮੱਤ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ਼ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।